गुड मॉर्निंग स्टूडेंट्स। सो ਅੱਜ ਅਸੀਂ ਆਪਣਾ ਨੈਕਸਟ ਲੈਕਚਰ ਸਟਾਰਟ ਕਰਾਂਗੇ ਜਿਹਦੇ ਵਿੱਚ ਆਪਾਂ ਸਟੱਡੀ ਕਰਾਂਗੇ ਹਾਈਡਰੋਮੀਟਰ ਟੈਸਟ ਬਾਰੇ। ਸੋ ਵਾਟ ਇਜ਼ ਅ ਹਾਈਡਰੋਮੀਟਰ ਟੈਸਟ, ਕਿਉਂ ਆਪਾਂ ਯੂਜ਼ ਕਰਦੇ ਹਾਂ ਇਸ ਟੈਸਟ ਨੂੰ, ਸਾਨੂੰ ਕੀ ਰਿਕੁਆਇਰਮੈਂਟ ਪਈ ਇਸ ਦੀ, ਤੇ ਇਸ ਟੈਸਟ ਦੇ ਨਾਲ ਆਪਾਂ ਕੀ ਕੈਲਕੂਲੇਟ ਕਰਦੇ ਹਾਂ, ਇਹ ਸਾਰਾ ਅੱਜ ਆਪਾਂ ਸਟੱਡੀ ਕਰਾਂਗੇ। ਸੋ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪੁਰਾਣਾ ਲੈਕਚਰ ਰਿਵਾਈਜ਼ ਕਰਾਂਗੇ ਕਿ ਆਪਾਂ ਲਾਸਟ ਲੈਕਚਰ ਦੇ ਵਿੱਚ ਕੀ ਸਟੱਡੀ ਕੀਤਾ ਸੀ। ਸੋ ਲਾਸਟ ਲੈਕਚਰ ਦੇ ਵਿੱਚ ਅਸੀਂ ਸਟੱਡੀ ਕੀਤਾ ਸੀਗਾ ਇਲੈਕਟ੍ਰੋਲਾਈਟ ਐਂਡ ਇਟਸ ਸਟਰੈਂਥ, ਕਿ ਇਲੈਕਟ੍ਰੋਲਾਈਟ ਜਿਹੜਾ ਹੁੰਦਾ ਹੈ ਇੱਕ ਬੈਟਰੀ ਦੇ ਵਿੱਚ, ਉਹ ਆਪਾਂ ਕਿਉਂ ਯੂਜ਼ ਕਰਦੇ ਹਾਂ, ਉਹਦੀ ਸਟਰੈਂਥ ਕੀ ਹੁੰਦੀ ਆ ਤੇ ਉਹਦੀ ਸਟਰੈਂਥ ਦੇ ਨਾਲ ਕੀ ਇਫੈਕਟਸ ਪੈਂਦੇ ਆ ਬੈਟਰੀ ਦੇ ਉੱਪਰ ਪਲੱਸ ਬੈਟਰੀ ਦੀ ਜਿਹੜੀ ਵੋਲਟੇਜ ਆਊਟਪੁੱਟ ਆ ਉਹਦੇ ਉੱਪਰ ਕੀ ਇਫੈਕਟ ਪੈਂਦੇ ਆ। ਸੋ ਉਹਦੇ ਵਿੱਚ ਆਪਾਂ ਸਟੱਡੀ ਕੀਤਾ ਸੀ ਕਿ ਜਿਹੜਾ ਆਪਾਂ ਇਲੈਕਟ੍ਰੋਲਾਈਟ ਯੂਜ਼ ਕਰਦੇ ਹਾਂ ਉਹਦੀ ਡੈਂਸਿਟੀ ਜਿਹੜੀ ਹੁੰਦੀ ਆ, ਉਹ ਲਾਈਟ ਡੈਂਸਿਟੀ ਇਲੈਕਟ੍ਰੋਲਾਈਟ ਯੂਜ਼ ਕਰਦੇ ਹਾਂ ਆਟੋਮੋਬਾਈਲ ਬੈਟਰੀਜ਼ ਦੇ ਵਿੱਚ, ਤੇ ਜਿਹੜਾ ਇਲੈਕਟ੍ਰੋਲਾਈਟ ਦੀ ਸਟਰੈਂਥ ਆ ਉਹਦੇ ਨਾਲ ਬੈਟਰੀ ਦੀ ਜਿਹੜੀ ਵੋਲਟੇਜ ਆਊਟਪੁੱਟ ਪਾਵਰ ਪੈਦਾ ਕਰਨ ਦੀ ਪਾਵਰ ਹੈਗੀ ਆ ਉਹਦੇ ਉੱਪਰ ਕਾਫੀ ਇਫੈਕਟ ਪੈਂਦਾ ਹੈ। ਸੋ ਇਲੈਕਟ੍ਰੋਲਾਈਟ ਦੀ ਜਿਹੜੀ ਸਟਰੈਂਥ ਆ ਉਹ ਡਿਪੈਂਡ ਕਰਦੀ ਆ ਉਹਦੀ ਸਪੈਸੀਫਿਕ ਗ੍ਰੈਵਿਟੀ ਤੇ ਡੈਂਸਿਟੀ ਦੇ ਉੱਪਰ। ਠੀਕ ਹੈ, ਸਪੈਸੀਫਿਕ ਗ੍ਰੈਵਿਟੀ ਐਂਡ ਡੈਂਸਿਟੀ ਦੇ ਉੱਪਰ ਜਿੰਨੀ ਸਪੈਸੀਫਿਕ ਗ੍ਰੈਵਿਟੀ ਔਰ ਡੈਂਸਿਟੀ ਜ਼ਿਆਦਾ ਹੋਏਗੀ ਉਨੀ ਹੀ ਇਲੈਕਟ੍ਰੋਲਾਈਟ ਦੀ ਸਟਰੈਂਥ ਜ਼ਿਆਦਾ ਹੋਏਗੀ। ਤੇ ਜੇ ਬੈਟਰੀ ਦੀ ਸਟਰੈਂਥ ਸਪੈਸੀਫਿਕ ਗ੍ਰੈਵਿਟੀ ਐਂਡ ਡੈਂਸਿਟੀ ਘੱਟ ਆ ਤੇ ਯਾਨੀ ਕਿ ਉਹਦੀ ਇਲੈਕਟ੍ਰੋਲਾਈਟ ਸਟਰੈਂਥ ਖਤਮ ਹੋ ਚੁੱਕੀ ਆ। ਸੋ ਯਾਨੀ ਕਿ ਬੈਟਰੀ ਜਿਹੜੀ ਆ ਉਹ ਡਿਸਚਾਰਜ ਹੋ ਚੁੱਕੀ ਆ, ਬੈਟਰੀ ਦੇ ਵਿੱਚ ਬਿਲਕੁਲ ਪਾਵਰ ਨਹੀਂ ਰਹੀ ਵੋਲਟੇਜ ਪੈਦਾ ਕਰਨ ਦੀ ਜਾਂ ਕਰੰਟ ਪੈਦਾ ਕਰਨ ਦੀ। ਠੀਕ ਹੈ, ਸੋ ਇਲੈਕਟ੍ਰੋਲਾਈਟ ਦੀ ਸਟਰੈਂਥ ਇੱਕ ਬਹੁਤ ਮੇਨ ਕ੍ਰਿਟੀਕਲ ਪੈਰਾਮੀਟਰ ਆ ਜਿਹਦੇ ਉੱਪਰ ਬੈਟਰੀ ਦੀ ਵੋਲਟੇਜ ਪੈਦਾ ਕਰਨ ਦੀ ਪਾਵਰ ਡਿਪੈਂਡ ਕਰਦੀ ਆ, ਬੈਟਰੀ ਦੀ ਐਫੀਸ਼ੀਐਂਸੀ ਡਿਪੈਂਡ ਕਰਦੀ ਹੈ। ਠੀਕ ਹੈ, ਸੋ ਇਸ ਸਟਰੈਂਥ ਦਾ ਕੀ ਮੀਨਿੰਗ ਆ, ਆਪਾਂ ਇਹਦੇ ਵਿੱਚ ਰੀਡਿੰਗਸ ਲੈਂਦੇ ਹਾਂ। ਅਗਰ ਆਪਾਂ ਕਿਸੇ ਇਲੈਕਟ੍ਰੋਲਾਈਟ ਕਿਸੇ ਬੈਟਰੀ ਦੇ ਇਲੈਕਟ੍ਰੋਲਾਈਟ ਦੀ ਸਟਰੈਂਥ ਮੇਜਰ ਕਰਨੀ ਹੋਵੇ ਤਾਂ ਆਪਾਂ ਇਹਦੇ ਵਿੱਚ ਰੀਡਿੰਗਸ ਲੈਂਦੇ ਹਾਂ ਸਪੈਸੀਫਿਕ ਗ੍ਰੈਵਿਟੀ ਐਂਡ ਡੈਂਸਿਟੀ ਦੀ। ਸੋ ਉਹ ਟੈਸਟ ਜਿਹੜਾ ਆਪਾਂ ਜਿਹਦੇ ਵਿੱਚ ਰੀਡਿੰਗ ਲੈਂਦੇ ਆ ਇੱਕ ਇਲੈਕਟ੍ਰੋਲਾਈਟ ਦੀ, ਉਸ ਟੈਸਟ ਨੂੰ ਕਹਿੰਦੇ ਆ ਹਾਈਡਰੋਮੀਟਰ ਟੈਸਟ ਔਰ ਸਪੈਸੀਫਿਕ ਗ੍ਰੈਵਿਟੀ ਟੈਸਟ। ਸੋ ਉਹਦੇ ਵਿੱਚ 1280 ਰੀਡਿੰਗ ਜਿਹੜਾ ਹਾਈਡਰੋਮੀਟਰ ਲੱਗਾ ਹੁੰਦਾ, ਅਗਰ ਉਹ ਤੇ 1280 ਰੀਡਿੰਗ ਆ ਰਹੀ ਹੈ ਯਾਨੀ ਕਿ ਬੈਟਰੀ ਦਾ ਜਿਹੜਾ ਇਲੈਕਟ੍ਰੋਲਾਈਟ ਆ ਉਹ ਪ੍ਰੋਪਰ ਕੰਡੀਸ਼ਨ ਦੇ ਵਿੱਚ ਆ, ਉਹਦੀ ਸਟਰੈਂਥ 100% ਆ। ਬਟ ਜੇ ਉਹਦੀ ਵੈਲਿਊ 1125 ਆ ਜਾਂ ਉਸ ਤੋਂ ਨੀਚੇ ਹੈ ਤੇ ਯਾਨੀ ਕਿ ਇਲੈਕਟ੍ਰੋਲਾਈਟ ਦੀ ਜਿਹੜੀ ਸਟਰੈਂਥ ਆ ਉਹ ਬਹੁਤ ਘੱਟ ਗਈ ਹੋਈ ਆ ਤੇ ਉਹ ਬਿਲਕੁਲ ਬੈਟਰੀ ਡਿਸਚਾਰਜ ਹੋ ਚੁੱਕੀ ਆ, ਬੈਟਰੀ ਦੀ ਕੰਡੀਸ਼ਨ ਬੈਡ ਹੈਗੀ ਹੈ। ਪਲੱਸ ਇੱਕ ਹੋਰ ਧਿਆਨ ਰੱਖਣਾ ਹੈ, ਜਦੋਂ ਵੀ ਇਹ ਟੈਸਟ ਕੀਤਾ ਜਾਣਾ ਆ, ਇਹਦਾ ਟੈਸਟ ਦਾ ਜਿਹੜਾ ਟੈਂਪਰੇਚਰ ਆ 27 ਡਿਗਰੀ ਰੂਮ ਟੈਂਪਰੇਚਰ ਦੇ ਉੱਪਰ ਟੈਸਟ ਹੋਣਾ ਚਾਹੀਦਾ ਹੈ ਇਹ। ਅਗਰ ਆਪਾਂ ਟੈਂਪਰੇਚਰ ਇਨਕਰੀਜ਼ ਕਰ ਦਾਂਗੇ ਤਾਂ ਜਿਹੜਾ ਇਲੈਕਟ੍ਰੋਲਾਈਟ ਆ ਉਹਦੀ ਡੈਂਸਿਟੀ ਡਿਕਰੀਜ਼ ਹੋ ਜਾਏਗੀ, ਸੋ ਐਫੀਸ਼ੀਐਂਸੀ ਬੈਟਰੀ ਦੀ ਡਿਕਰੀਜ਼ ਹੋ ਜਾਏਗੀ। ਸੋ ਜਦੋਂ ਵੀ ਇਹ ਟੈਸਟ ਕਰਨਾ ਆ ਆਪਾਂ 27 ਡਿਗਰੀ ਨੋਰਮਲ ਰੂਮ ਟੈਂਪਰੇਚਰ ਦੇ ਉੱਪਰ ਇਹ ਟੈਸਟ ਕਰਨਾ ਹੈ। ਉਸ ਤੋਂ ਬਾਅਦ ਅਸੀਂ ਸਟੱਡੀ ਕੀਤਾ ਸੀਗਾ ਪਲੇਟ ਏਰੀਆ ਦਾ ਕੀ ਇਫੈਕਟ ਪੈਂਦਾ ਆ ਬੈਟਰੀ ਦੇ ਵਿੱਚ। ਸੋ ਤੁਹਾਨੂੰ ਪਤਾ ਹੀ ਆ ਪਲੇਟ ਏਰੀਆ ਜਿੰਨਾ ਜ਼ਿਆਦਾ ਹੋਊਗਾ, ਨੈਗੇਟਿਵ ਪਲੇਟ ਪੋਜ਼ਿਟਿਵ ਪਲੇਟ ਜਿੰਨੀਆਂ ਵੱਡੀਆਂ ਹੋਣਗੀਆਂ, ਜਿੰਨੀਆਂ ਥਿਕ ਹੋਣਗੀਆਂ, ਮੋਟੀਆਂ ਹੋਣਗੀਆਂ, ਉਨੀ ਹੀ ਜ਼ਿਆਦਾ ਜਿਹੜੀ ਕਰੰਟ ਪੈਦਾ ਕਰਨ ਦੀ ਪਾਵਰ ਆ ਇਨਕਰੀਜ਼ ਹੋਏਗੀ। ਕਿਉਂਕਿ ਕੈਮੀਕਲ ਰਿਐਕਸ਼ਨ ਜ਼ਿਆਦਾ ਹੋਏਗਾ। ਸੋ ਜਿੰਨਾ ਜ਼ਿਆਦਾ ਇਲੈਕਟ੍ਰੋਕੈਮੀਕਲ ਰਿਐਕਸ਼ਨ ਹੋਏਗਾ ਉਨੀ ਹੀ ਜ਼ਿਆਦਾ ਪਾਵਰ ਪ੍ਰੋਡਿਊਸ ਹੋਏਗੀ ਬੈਟਰੀ ਦੇ ਵਿੱਚ। ਉਸ ਤੋਂ ਬਾਅਦ ਆਪਾਂ ਕੀਤਾ ਸੀ ਇਫੈਕਟ ਆਫ ਟੈਂਪਰੇਚਰ। ਆਲਰੇਡੀ ਮੈਂ ਤੁਹਾਨੂੰ ਦੱਸ ਹੀ ਚੁੱਕਾ ਹਾਂ ਕਿ ਜਿੰਨਾ ਜ਼ਿਆਦਾ ਟੈਂਪਰੇਚਰ ਹੋਏਗਾ ਉਨੀ ਬੈਟਰੀ ਦੀ ਐਫੀਸ਼ੀਐਂਸੀ ਘੱਟ ਜਾਏਗੀ। ਉਸ ਤੋਂ ਬਾਅਦ ਆਪਾਂ ਕੁਝ ਟਾਈਪਸ ਕੀਤੀਆਂ ਸੀ ਬੈਟਰੀ ਦੀਆਂ ਟਾਈਪਸ, ਜਿਹਦੇ ਵਿੱਚ ਸੀਗੀਆਂ ਵੈਟ ਚਾਰਜ ਬੈਟਰੀ, ਡਰਾਈ ਚਾਰਜ ਬੈਟਰੀਜ਼, ਲੋ ਮੇਨਟੇਨੈਂਸ ਬੈਟਰੀ ਐਂਡ ਮੇਨਟੇਨੈਂਸ ਫ੍ਰੀ ਬੈਟਰੀ। ਸੋ ਵੈਟ ਚਾਰਜ ਬੈਟਰੀਆਂ ਉਹ ਸੀਗੀਆਂ ਜਿਹਦੇ ਵਿੱਚ ਆਪਾਂ ਇਲੈਕਟ੍ਰੋਲਾਈਟ ਪਿੱਛੋਂ ਹੀ ਫਿਲ ਹੋ ਕੇ ਆਉਂਦਾ ਹੈ ਤੇ ਆਪਾਂ ਘਰਾਂ 'ਚ ਜਿਹੜੀਆਂ ਨੋਰਮਲ ਲੈਡ ਐਸਿਡ ਬੈਟਰੀ ਯੂਜ਼ ਕਰਦੇ ਹਾਂ ਵੈਟ ਚਾਰਜ ਬੈਟਰੀਜ਼ ਹੁੰਦੀਆਂ। ਡਰਾਈ ਚਾਰਜ ਬੈਟਰੀਜ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਪਿੱਛੋਂ ਇਲੈਕਟ੍ਰੋਲਾਈਟ ਕੰਪਨੀ ਵੱਲੋਂ ਮੈਨੂਫੈਕਚਰਰ ਵੱਲੋਂ ਇਲੈਕਟ੍ਰੋਲਾਈਟ ਫਿਲ ਹੋ ਕੇ ਨਹੀਂ ਆਉਂਦਾ। ਜਦੋਂ ਆਪਾਂ ਬੈਟਰੀ ਯੂਜ਼ ਕਰਨੀ ਸਟਾਰਟ ਕਰਨੀ ਆ ਉਸ ਟਾਈਮ ਤੇ ਉਹਦੇ ਵਿੱਚ ਇਲੈਕਟ੍ਰੋਲਾਈਟ ਦਾ ਸੋਲੂਸ਼ਨ ਪਾਇਆ ਜਾਂਦਾ, ਯਾਨੀ ਕਿ ਡਿਸਟਿਲਡ ਵਾਟਰ ਤੇ ਸਲਫਿਊਰਿਕ ਐਸਿਡ ਪਾਇਆ ਜਾਂਦਾ ਹੈ। ਸੋ ਉਹਦੇ ਨਾਲ ਕੀ ਆ ਕਿ ਉਹਦੀ ਥੋੜੀ ਜਿਹੜੀ ਲਾਈਫ ਹੈ ਇਨਕਰੀਜ਼ ਹੋ ਜਾਂਦੀ ਹੈ, ਮੋਇਸਚਰ ਬਿਲਕੁਲ ਬਾਹਰ ਕੱਢ ਦਿੱਤਾ ਜਾਂਦਾ ਹੈ। ਠੀਕ ਹੈ, ਸੋ ਇਹ ਸੀਗੀਆਂ ਡਰਾਈ ਚਾਰਜ ਬੈਟਰੀਜ਼। ਨੈਕਸਟ ਹੈਗੀਆਂ ਲੋ ਮੇਨਟੇਨੈਂਸ ਬੈਟਰੀ। ਲੋ ਮੇਨਟੇਨੈਂਸ ਬੈਟਰੀਜ਼ ਉਹ ਬੈਟਰੀਜ਼ ਆ ਜਿਨ੍ਹਾਂ ਦੇ ਵਿੱਚ ਸਾਨੂੰ ਜਿਹੜਾ ਡਿਸਟਿਲਡ ਵਾਟਰ ਆ ਬਾਰ-ਬਾਰ ਨਹੀਂ ਪਾਉਣਾ ਪੈਂਦਾ।
ਠੀਕ ਹੈ, ਕਾਫੀ ਲੌਂਗ ਟਾਈਮ ਤੋਂ ਬਾਅਦ ਸਾਨੂੰ ਫੋਰ ਐਗਜ਼ਾਮਪਲ ਲੈਟਸ ਸੇ ਕਿ ਸਾਲ ਦੇ ਵਿੱਚ ਇੱਕ ਵਾਰ ਸਾਨੂੰ ਡਿਸਟਿਲਡ ਵਾਟਰ ਪਾਉਣਾ ਪੈਂਦਾ ਹੈ। ਕਿਉਂ ਇਸ ਤਰ੍ਹਾਂ ਹੁੰਦਾ? ਕਿਉਂਕਿ ਇਹਦੇ ਵਿੱਚ ਐਂਟੀਮਨੀ ਜਿਹੜਾ ਅਲੋਏ ਹੈਗਾ ਆ ਉਹਦੀ ਜਿਹੜੀ ਵੈਲਿਊ ਆ ਉਹ 3% ਘਟਾਤੀ ਜਾਂਦੀ ਹੈ। ਐਂਟੀਮਨੀ ਅਲੋਏ ਦੇ ਕਰਕੇ ਹੀ ਵਾਟਰ ਲੋਸ ਹੁੰਦੇ ਆ, ਵਾਟਰ ਇਵੈਪੋਰੇਟ ਹੁੰਦਾ। ਸੋ ਐਂਟੀਮਨੀ ਅਲੋਏ ਦੀ ਜਗ੍ਹਾ ਆਪਾਂ ਉਹਦੀ ਮਤਲਬ ਜਿਹੜੀ ਪਰਸੈਂਟੇਜ ਆ ਅਲੋਏ ਦੇ ਵਿੱਚ, ਜਿੱਥੋਂ ਲੈਡ ਤੇ ਲੈਡ ਪੈਰੋਕਸਾਈਡ ਬਣਦਾ ਆ, ਉਹਦੀ ਵੈਲਿਊ ਘਟਾ ਦਿੰਦੇ ਆ ਉਸ ਅਲੋਏ ਦੇ ਵਿੱਚ ਐਂਟੀਮਨੀ ਦੀ। ਉਹਦੇ ਨਾਲ ਜਿਹੜੀ ਵਾਟਰ ਦੀ ਰਿਕੁਆਇਰਮੈਂਟ ਆ ਉਹ ਘਟ ਜਾਂਦੀ ਆ। ਤੇ ਜਿਹੜੀ ਆਉਂਦੀ ਆ ਮੇਨਟੇਨੈਂਸ ਫ੍ਰੀ ਬੈਟਰੀ। ਮੇਨਟੇਨੈਂਸ ਫ੍ਰੀ ਬੈਟਰੀ ਹੁੰਦੀ ਜਿਹਦੇ ਵਿੱਚ ਸਾਨੂੰ ਪੂਰੇ ਉਹਦੇ ਬੈਟਰੀ ਦੇ ਲਾਈਫ ਸਾਈਕਲ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਪਾਉਣਾ ਪੈਂਦਾ। ਠੀਕ ਆ, ਇੱਕ ਵਾਰ ਵੀ ਪਾਣੀ ਨਹੀਂ ਪਾਉਣਾ ਪੈਂਦਾ, ਉਹਨੂੰ ਕਹਿੰਦੇ ਆ ਮੇਨਟੇਨੈਂਸ ਫ੍ਰੀ ਬੈਟਰੀ। ਇਹਦੇ ਵਿੱਚ ਜਿਹੜਾ ਐਂਟੀਮਨੀ ਆ ਉਹਦੀ ਜਗ੍ਹਾ ਆਪਾਂ ਕੈਲਸ਼ੀਅਮ ਯੂਜ਼ ਕਰਦੇ ਹਾਂ, ਕੈਲਸ਼ੀਅਮ ਅਲੋਏ ਯੂਜ਼ ਕਰਦੇ ਹਾਂ। ਸੋ ਉਹਦੇ ਨਾਲ ਸਾਡਾ ਕੀ ਆ, ਜਿਹੜੀ ਵਾਟਰ ਦੀ ਵੈਪੋਰੇਟਿੰਗ ਹੈਗੀ ਆ ਉਹ ਨਹੀਂ ਹੁੰਦੀ, ਤੇ ਉਹ ਇੰਟਰਨਲ ਹੀਟ ਜਿਹੜੀ ਬੈਟਰੀ ਦੇ ਅੰਦਰ ਇੰਟਰਨਲ ਹੀਟ ਪ੍ਰੋਡਿਊਸ ਹੁੰਦੀ ਆ ਉਹ ਘੱਟ ਹੁੰਦੀ ਹੈ। ਸੋ ਜਿੰਨੀ ਇੰਟਰਨਲ ਹੀਟ ਘੱਟ ਹੋਏਗੀ, ਵਾਟਰ ਇਵੈਪੋਰੇਟ ਨਹੀਂ ਹੋਏਗਾ, ਸੋ ਸਾਨੂੰ ਪਾਣੀ ਦੀ ਲੋੜ ਬਾਰ-ਬਾਰ ਨਹੀਂ ਪਏਗੀ ਇੱਕ ਬੈਟਰੀ ਦੇ ਵਿੱਚ ਫਿਲ ਕਰਨ ਦੇ ਲਈ। ਠੀਕ ਹੈ, ਸੋ ਇਹ ਆਲਰੇਡੀ ਆਪਾਂ ਕਰ ਚੁੱਕੇ ਸੀ। ਸੋ ਅੱਜ ਦਾ ਸਾਡਾ ਟੌਪਿਕ ਹੈਗਾ ਸਪੈਸੀਫਿਕ ਗ੍ਰੈਵਿਟੀ ਟੈਸਟ ਔਰ ਹਾਈਡਰੋਮੀਟਰ ਟੈਸਟ। The density of electrolyte is an important parameter to estimate the condition of battery. This will give a specific gravity of 1.280. The electrolyte become dilute because the chemical reaction are taking place during discharge. Hence, its density or specific gravity decrease with passage of time. It become 1.125 in completely discharged condition. So ਇਹ already ਤੁਹਾਨੂੰ ਪਤਾ ਹੀ ਆ ਕਿ ਜਿਹੜਾ 1.280 ਵੈਲਿਊ ਹੈਗੀ ਆ, ਇਹ ਹੈਗੀ ਆ ਜਦੋਂ ਬੈਟਰੀ 100% ਚਾਰਜ ਹੈਗਾ, ਬੈਟਰੀ ਦੀ ਕੰਡੀਸ਼ਨ ਬਿਲਕੁਲ ਨਵੀਂ ਆ, ਬਿਲਕੁਲ ਕੰਡੀਸ਼ਨ ਗੁੱਡ ਹੈਗੀ ਆ। ਉਸ ਟਾਈਮ ਤੇ ਜੇ ਆਪਾਂ ਬੈਟਰੀ ਫੁੱਲੀ ਚਾਰਜ ਹੈਗੀ ਆ, ਆਪਾਂ ਹਾਈਡਰੋਮੀਟਰ ਟੈਸਟ ਕਰਾਂਗੇ ਤਾਂ ਹਾਈਡਰੋਮੀਟਰ ਟੈਸਟ ਦੀ ਜਿਹੜੀ ਸਪੈਸੀਫਿਕ ਗ੍ਰੈਵਿਟੀ ਦੀ ਰੀਡਿੰਗ ਉਹ 1.280 ਹੋਏਗੀ। ਤੇ ਜੇ ਆਪਾਂ ਬੈਟਰੀ ਪੂਰੀ ਡਿਸਚਾਰਜ ਹੋ ਚੁੱਕੀ ਆ, ਪਲੱਸ ਬੈਟਰੀ ਪੁਰਾਣੀ ਵੀ ਹੈਗੀ ਆ ਕਾਫੀ, ਤੇ ਉਹਦੇ ਵਿੱਚ ਜਦੋਂ ਆਪਾਂ ਟੈਸਟ ਕਰਾਂਗੇ ਤਾਂ ਰੀਡਿੰਗ ਸਾਡੇ ਕੋਲ ਆਏਗੀ 1.125। ਇਹ ਰੀਡਿੰਗ ਹੈਗੀਆਂ ਸਪੈਸੀਫਿਕ ਗ੍ਰੈਵਿਟੀ ਦੀਆਂ। ਠੀਕ ਹੈ, ਸੋ ਸਿੰਪਲ ਯਾਦ ਰੱਖਣਾ ਇਸ ਟੈਸਟ ਦੇ ਵਿੱਚ, ਜਾਂ ਹਾਈਡਰੋਮੀਟਰ ਟੈਸਟ ਔਰ ਸਪੈਸੀਫਿਕ ਗ੍ਰੈਵਿਟੀ ਟੈਸਟ ਦੇ ਵਿੱਚ ਆਪਾਂ ਸਪੈਸੀਫਿਕ ਗ੍ਰੈਵਿਟੀ ਦੀ ਮੇਜਰਮੈਂਟ ਲੈਂਦੇ ਹਾਂ। ਠੀਕ ਹੈ, ਬੈਟਰੀ ਦਾ ਜਿਹੜਾ ਸੋਲਿਊਸ਼ਨ ਹੁੰਦਾ, ਜਿਹੜਾ ਇਲੈਕਟ੍ਰੋਲਾਈਟ ਸੋਲਿਊਸ਼ਨ ਹੁੰਦਾ ਹੈ ਜਿਹਦੇ ਵਿੱਚ ਪਾਣੀ ਤੇ ਸਲਫਿਊਰਿਕ ਐਸਿਡ ਹੁੰਦਾ ਆ, ਆਪਾਂ ਉਸ ਇਲੈਕਟ੍ਰੋਲਾਈਟ ਸੋਲਿਊਸ਼ਨ ਦਾ, ਉਸ ਲਿਕੁਇਡ ਦਾ ਸਪੈਸੀਫਿਕ ਗ੍ਰੈਵਿਟੀ ਚੈੱਕ ਕਰਦੇ ਹਾਂ। ਉਹ ਸਪੈਸੀਫਿਕ ਗ੍ਰੈਵਿਟੀ ਦੀ ਰੀਡਿੰਗ ਸਾਨੂੰ ਦਿਖਾਉਂਦਾ ਆ ਮੀਟਰ, ਜਿਹੜਾ ਹਾਈਡਰੋਮੀਟਰ ਟੈਸਟ ਹੈਗਾ, ਉਹਦੇ ਅਕੋਰਡਿੰਗ ਫਿਰ ਆਪਾਂ ਦੱਸਦੇ ਹਾਂ ਕਿ ਬੈਟਰੀ ਦੀ ਕੰਡੀਸ਼ਨ ਕੀ ਹੈਗੀ ਆ। ਸੋ ਇਹ ਸਿੰਪਲ ਸਪੈਸੀਫਿਕ ਗ੍ਰੈਵਿਟੀ ਟੈਸਟ ਆ ਸਿੰਪਲ ਲੈਂਗੁਏਜ ਦੇ ਵਿੱਚ। The density of electrolyte is determined by specific gravity test. The test is done by use of hydrometer contained a syringe. ਠੀਕ ਹੈ, ਇਹਦੇ ਵਿੱਚ ਇੱਕ syringe ਲੱਗੀ ਹੁੰਦੀ ਆ। ਹਾਂਜੀ, ਸੋ ਇਹ ਆਲਰੇਡੀ ਆਪਾਂ ਤੁਹਾਨੂੰ ਲਾਸਟ ਲੈਕਚਰ ਦੇ ਵਿੱਚ ਕਰਵਾਤਾ ਹੋਇਆ ਸੀਗਾ ਹਾਈਡਰੋਮੀਟਰ ਟੈਸਟ। ਸੋ ਆਪਾਂ ਰਬੜ ਬਲਬ ਨੂੰ ਪ੍ਰੈਸ ਕਰਨਾ ਆ। ਸੋ ਪ੍ਰੈਸ ਕਰਨ ਦੇ ਨਾਲ ਇਲੈਕਟ੍ਰੋਲਾਈਟ ਅੰਦਰ ਆਏਗਾ। ਅੰਦਰ ਆਉਣ ਤੋਂ ਬਾਅਦ ਜਿਹੜਾ ਰੀਡਿੰਗ ਆ ਹਾਈਡਰੋਮੀਟਰ ਤੇ ਸ਼ੋਅ ਕਰੇਗਾ, ਉਹ ਰੀਡਿੰਗ ਸਾਨੂੰ ਸ਼ੋਅ ਕਰੇਗਾ ਕੁਛ ਇਸ ਤਰ੍ਹਾਂ 1300, 1275। ਸੋ 1250 ਤੋਂ 1300 ਦਾ ਜਿਹੜਾ ਗਰੁੱਪ ਹੈਗਾ ਆ, ਉਹਦੇ ਅਕੋਰਡਿੰਗ ਜਿਹੜੀ ਬੈਟਰੀ ਬਿਲਕੁਲ ਸਹੀ ਆ। ਸੋ 100% ਚਾਰਜ ਆ। ਲੇਕਿਨ ਉਸ ਤੋਂ ਬਾਅਦ ਨੀਚੇ ਜਿਸ ਤਰ੍ਹਾਂ ਰੀਡਿੰਗ ਜਾਂਦੀ ਰਹੇਗੀ ਡੈਂਸਿਟੀ ਦੀ, ਸਪੈਸੀਫਿਕ ਗ੍ਰੈਵਿਟੀ ਦੀ, ਯਾਨੀ ਕਿ ਬੈਟਰੀ ਦੀ ਕੰਡੀਸ਼ਨ ਬੈਡ ਹੈਗੀ ਆ। ਠੀਕ ਹੈ, ਸੋ ਆਲਰੇਡੀ ਆਪਾਂ ਆਹ ਸਟੱਡੀ ਕਰ ਲਿਆ ਹੋਇਆ ਸੀਗਾ ਕਿ 1260 ਤੋਂ 1280 ਦਾ ਮਤਲਬ ਫੁੱਲੀ ਚਾਰਜ ਹੈਗਾ, 1220 ਤੋਂ 1250 ਦਾ ਮਤਲਬ 75% ਚਾਰਜ ਹੈਗੀ ਆ, 1200 ਤੋਂ 1210 ਦਾ ਮਤਲਬ ਹੈਗਾ ਕਿ ਹਾਫ ਚਾਰਜ ਹੈਗੀ ਆ। ਸੋ ਇਹ ਆਲਰੇਡੀ ਆਪਾਂ ਲਾਸਟ ਲੈਕਚਰ ਦੇ ਵਿੱਚ ਕਰ ਚੁੱਕੇ ਹਾਂ। ਸੋ ਅੱਜ ਦਾ ਸਾਡਾ ਜਿਹੜਾ ਨੈਕਸਟ ਟੈਸਟ ਹੈਗਾ, ਦਿਸ ਇਜ਼ ਹਾਈ ਡਿਸਚਾਰਜ ਟੈਸਟ। ਠੀਕ ਹੈ, ਸੋ ਇਹ ਟੈਸਟ ਆਪਾਂ ਕਿਉਂ ਕਰਦੇ ਹਾਂ, ਇਹਦੇ ਨਾਲ ਸਾਨੂੰ ਕੀ ਪਤਾ ਲੱਗਦਾ? ਇਹਦੇ ਨਾਲ ਸਾਨੂੰ ਪਤਾ ਲੱਗਦਾ ਆ ਹਾਈ ਡਿਸਚਾਰਜ ਟੈਸਟ ਨਾਲ ਕਿ ਬੈਟਰੀ ਦੇ ਜਿਹੜੇ ਸੈਲਸ ਹੈਗੇ ਆ ਉਹਨਾਂ ਦੀ ਕੰਡੀਸ਼ਨ ਕੀ ਆ। ਯਾਨੀ ਕਿ ਆਪਾਂ ਦੇਖਿਆ ਹੋਣਾ ਆ, ਤੁਸੀਂ ਸਟੱਡੀ ਕੀਤਾ ਹੋਣਾ, ਮੈਂ ਤੁਹਾਨੂੰ ਦਿਖਾ ਦਿੰਦਾ। ਬੈਟਰੀ ਦੇ ਸੈਲਸ ਦਾ ਕੀ ਮਤਲਬ ਹੈਗਾ ਆ? ਬੈਟਰੀ ਦੇ ਸੈਲਸ ਦਾ ਮਤਲਬ ਹੈਗਾ ਕਿ ਅੰਦਰ ਕਿੰਨੇ ਗਰੁੱਪ ਬਣੇ ਹੋਏ ਆ। ਹੁਣ ਆ ਇਸ ਬੈਟਰੀ ਦੇ ਵਿੱਚ ਕਿੰਨੇ ਗਰੁੱਪ ਬਣੇ ਹੋਏ ਆ? 1 2 3 4 5 6, 1 2 3 4 5 6। ਠੀਕ ਹੈ, ਸੋ ਇਹ ਗਰੁੱਪ ਬਣੇ ਹੋਏ ਆ 6 ਦੇ ਵਿੱਚ। ਸੋ ਆਪਾਂ ਇਹ ਹਰੇਕ ਗਰੁੱਪ ਦੀ ਜਿਹੜੀ ਐਫੀਸ਼ੀਐਂਸੀ ਆ, ਵੋਲਟੇਜ ਪੈਦਾ ਕਰਨ ਦੀ ਪਾਵਰ ਆ, ਉਹ ਚੈੱਕ ਕਰਦੇ ਆ ਹਾਈ ਡਿਸਚਾਰਜ ਟੈਸਟ ਦੇ ਨਾਲ। ਠੀਕ ਹੈ, ਕਰਦੇ ਕਿੱਦਾਂ ਆ ਆਪਾਂ? ਇੰਟਰਸੈਲ ਜਿਹੜੇ ਕਨੈਕਟਰ ਹੁੰਦੇ ਆ, ਇਹਨਾਂ ਦੇ ਨਾਲ ਜਿਹੜੇ ਪ੍ਰੋਡ ਆ, ਜਿਹੜਾ ਹਾਈ ਡਿਸਚਾਰਜ ਟੈਸਟਰ ਹੈਗਾ ਉਹਦੇ ਪ੍ਰੋਡਸ ਇਹਨਾਂ ਸੈਲਸ ਦੇ ਨਾਲ ਕਨੈਕਟ ਕਰਦੇ ਆ, ਹਰੇਕ ਸੈੱਲ ਦੇ। ਠੀਕ ਹੈ, ਕਿਸ ਤਰ੍ਹਾਂ ਕਰਦੇ ਆ ਉਹ ਆਪਾਂ ਦੇਖਦੇ ਹਾਂ।
हाँ जी। So high discharge test. The condition of a battery operating under a load can be determined by conducting a high rate discharge test using a battery tester. The battery tester consists of following main parts. So ਆਪਾਂ ਇੱਕ battery tester use ਕਰਦੇ ਹਾਂ, ਉਹਦੇ ਕਿਹੜੇ ਪਾਰਟਸ ਹੈਗੇ ਆ? ਐਡਜਸਟੇਬਲ ਮੈਟੈਲਿਕ ਪ੍ਰੋਡਸ ਔਰ ਲੈਗਸ, ਦੋ ਲੈਗਸ ਹੁੰਦੀਆਂ ਆ ਜਿਹਨਾਂ ਨੂੰ ਆਪਾਂ ਪ੍ਰੋਡਸ ਕਹਿੰਦੇ ਆ। ਇਨਸੂਲੇਟਡ ਹੈਂਡਲ, ਉਹਨੂੰ ਫੜਨ ਦੇ ਲਈ ਇਨਸੂਲੇਟਡ ਹੈਂਡਲ ਹੁੰਦਾ, ਇੱਕ ਵੋਲਟ ਮੀਟਰ ਲੱਗਾ ਹੁੰਦਾ ਆ, ਤੇ ਲੋ ਰੈਜ਼ਿਸਟੈਂਸ ਰੋਡ ਆਫ ਹੈਵੀ ਰੋਡ। ਠੀਕ ਹੈ, ਇੱਕ ਲੋ ਰੈਜ਼ਿਸਟੈਂਸ, ਬਿਲਕੁਲ ਘੱਟ ਰੈਜ਼ਿਸਟੈਂਸ ਦੀ ਰੋਡ ਹੁੰਦੀ ਆ ਜਿਹੜੀ ਬਹੁਤ ਜ਼ਿਆਦਾ ਲੋਡ ਨੂੰ ਬੀਅਰ ਕਰ ਸਕਦੀ ਹੈ। ਠੀਕ ਹੈ, ਸੋ ਇਹ ਚਾਰ ਮੇਨ ਪਾਰਟਸ ਹੁੰਦੇ ਆ ਇਹ ਬੈਟਰੀ ਟੈਸਟਰ ਦੇ। ਸੋ ਦਿਸ ਇਜ਼ ਯੋਰ ਬੈਟਰੀ ਟੈਸਟਰ। ਆਹ ਤੁਹਾਡਾ ਬੈਟਰੀ ਟੈਸਟਰ ਆ, ਆਹ ਹੈਗਾ ਤੁਹਾਡਾ ਇਨਸੂਲੇਟਡ ਹੈਂਡਲ ਜਿਹਦੇ ਨਾਲ ਆਪਾਂ ਇਹਨੂੰ ਹੋਲਡ ਕਰਦੇ ਹਾਂ। ਠੀਕ ਹੈ, ਇਹਨੂੰ ਹੋਲਡ ਕਰਦੇ ਹਾਂ, ਇੱਥੋਂ ਫੜਦੇ ਹਾਂ। ਆਹ ਹੈਗੀਆਂ ਤੁਹਾਡੀਆਂ ਦੋ ਲੈਗਸ। ਠੀਕ ਹੈ, ਆਹ ਹੈਗੇ ਆ ਪ੍ਰੌਂਕ ਜਿਨ੍ਹਾਂ ਨੂੰ ਆਪਾਂ ਕਨੈਕਟ ਕਰਨਾ ਆ ਬੈਟਰੀ ਦੇ ਟਰਮੀਨਲ ਦੇ ਨਾਲ ਔਰ ਇੰਟਰਸੈਲ ਕਨੈਕਟਰ ਦੇ ਨਾਲ। ਠੀਕ ਹੈ, ਤੇ ਆਹ ਹੈਗਾ ਪ੍ਰੋਗ ਐਡਜਸਟਰ। ਠੀਕ ਹੈ, ਸਾਰਾ ਕੁਝ ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ। ਪ੍ਰੋਗ ਐਡਜਸਟਰ ਦਾ ਕੀ ਕੰਮ ਆ ਕਿ ਬੈਟਰੀ ਦਾ ਸਾਈਜ਼ ਵੇਰੀ ਕਰ ਸਕਦਾ ਹੈ, ਸੋ ਆਪਾਂ ਉਸ ਸਾਈਜ਼ ਦੇ ਅਕੋਰਡਿੰਗ ਉਹਨਾਂ ਦੀ ਜਿਹੜੀ ਵਿਡਥ ਆ ਉਹ ਕੰਟਰੋਲ ਕਰਦੇ ਹਾਂ। ਠੀਕ ਹੈ, ਕਿਉਂਕਿ ਬੈਟਰੀ ਦੇ ਟਰਮੀਨਲ ਅਲੱਗ-ਅਲੱਗ ਸਾਈਜ਼ ਦੇ ਹੁੰਦੇ ਆ। ਠੀਕ ਹੈ, ਸੋ ਇੱਥੋਂ ਆਪਾਂ ਉਹਦੀ ਜਿਹੜੀ ਵਿਡਥ ਆ ਉਹ ਕੰਟਰੋਲ ਕਰ ਸਕਦੇ ਹਾਂ ਥੋੜ੍ਹੀ ਜਿਹੀ। ਠੀਕ ਹੈ, ਸੋ ਇਹਨਾਂ ਨੂੰ ਆਪਾਂ ਲਗਾਉਂਦੇ ਹਾਂ ਜਾਂ ਤਾਂ ਬੈਟਰੀ ਟਰਮੀਨਲ ਦੇ ਨਾਲ, ਤੇ ਜਾਂ ਤੁਸੀਂ ਇੱਥੇ ਦੇਖ ਸਕਦੇ ਹੋ ਆਪਾਂ ਹਰੇਕ ਸੈੱਲ ਦਾ ਕਿਉਂਕਿ ਕੈਲਕੂਲੇਟ ਕਰਨਾ ਤਾਂ ਆਪਾਂ ਇੰਟਰਸੈਲ ਕਨੈਕਟਰ ਦੇ ਨਾਲ ਲਗਾ ਰਹੇ ਹਾਂ। ਇੰਟਰਸੈਲ ਕਨੈਕਟਰ ਆ। ਕਲੀਅਰ? ਸੋ ਇਸ ਤੋਂ ਬਾਅਦ ਸੈਂਟਰ ਦੇ ਵਿੱਚ ਲੱਗਾ ਹੋਇਆ ਹੈ ਸਾਡਾ ਵੋਲਟ ਮੀਟਰ। ਠੀਕ ਹੈ, ਵੋਲਟ ਮੀਟਰ ਸਾਨੂੰ ਕੀ ਸ਼ੋਅ ਕਰਦਾ? ਰੀਡਿੰਗ। ਕਾਹਦੀ ਰੀਡਿੰਗ ਸ਼ੋਅ ਕਰਦਾ ਉਹ ਤੁਹਾਨੂੰ ਦੱਸਦੇ ਹਾਂ। ਸੋ ਇਹ ਸੀਗਾ ਤੁਹਾਡਾ ਹਾਈ ਡਿਸਚਾਰਜ ਟੈਸਟਰ ਔਰ ਬੈਟਰੀ ਟੈਸਟਰ। ਸੋ ਪ੍ਰੋਸੀਜਰ ਕੀ ਆ? ਦ ਟੈਸਟ ਇਜ਼ ਕੰਡਕਟਡ ਫੋਰ ਅ ਵੈਰੀ ਸ਼ਾਰਟ ਡਿਊਰੇਸ਼ਨ ਲਾਸਟਿੰਗ ਨਾਟ ਮੋਰ ਦੈਨ 10 ਸੈਕਿੰਡ। ਸੋ ਸਿਰਫ 10 ਸੈਕਿੰਡ ਦੇ ਲਈ ਇਹ ਟੈਸਟ ਕੀਤਾ ਜਾਂਦਾ ਹੈ। ਕਿਉਂ ਸਿਰਫ 10 ਸੈਕਿੰਡ ਦੇ ਲਈ ਕੀਤਾ ਜਾਂਦਾ? ਕਿਉਂਕਿ ਆਪਾਂ ਇਹਦੇ ਵਿੱਚ ਬਹੁਤ ਹਾਈ ਕਰੰਟ ਪ੍ਰੋਵਾਈਡ ਕਰਦੇ ਹਾਂ ਬੈਟਰੀ ਨੂੰ। ਇਸ ਟੈਸਟ ਨੂੰ ਬਹੁਤ ਹਾਈ ਕਰੰਟ ਦਿੰਦੇ ਹਾਂ ਆਪਾਂ। ਸੋ ਇਹਦਾ ਸ਼ਾਰਟ ਡਿਊਰੇਸ਼ਨ। The prods are pressed down on the connectors across the cell or the battery terminals. ਸੋ ਜਿਹੜੇ ਪ੍ਰੋਡਸ ਹੈਗੇ ਆ, ਪ੍ਰੋਡਸ ਨੂੰ ਆਪਾਂ ਹਰੇਕ ਸੈੱਲ ਦੇ ਬੈਟਰੀ ਕਨੈਕਟਰ ਦੇ ਨਾਲ ਲਾਉਣਾ ਆ। ਆਹ ਬੈਟਰੀ ਕਨੈਕਟਰ ਹੈਗੇ ਆ, ਇੰਟਰਸੈਲ ਕਨੈਕਟਰ ਹੈਗੇ ਆ। ਪਹਿਲਾਂ ਆਪਾਂ ਇੱਥੇ ਟੈਸਟ ਕਰਨਾ ਆ। ਫੋਰ ਐਗਜ਼ਾਮਪਲ ਆ ਜਿਹੜੀ ਸਾਡੇ ਕੋਲ ਡਾਇਗਰਾਮ ਆ, ਇਹ ਡਾਇਗਰਾਮ ਆ, ਇਹਦੇ ਵਿੱਚ ਆਪਾਂ ਪਹਿਲਾਂ ਟੈਸਟ ਇੱਥੇ ਕਰਾਂਗੇ। ਇੱਕ ਟੈਸਟ ਹੋ ਗਿਆ ਇਹ, ਉਸ ਤੋਂ ਬਾਅਦ ਸੈਕਿੰਡ ਟੈਸਟ, ਉਸ ਤੋਂ ਬਾਅਦ ਥਰਡ ਟੈਸਟ। ਸੋ 3 ਸੈੱਲ ਆ, ਸੋ ਆਪਾਂ 3 ਵਾਰ ਟੈਸਟ ਕਰਾਂਗੇ। 3 ਵਾਰ ਜਿਹੜੀਆਂ ਲੈਗਸ ਹੈਗੀਆਂ ਉਹ ਮੂਵ ਕਰਕੇ ਨੈਕਸਟ ਸੈੱਲ ਦੇ ਉੱਪਰ ਲਿਜਾਵਾਂਗੇ। ਸੋ ਜਿੰਨੇ ਸੈੱਲ ਆ ਉਨੀ ਵਾਰ ਟੈਸਟ ਕਰਾਂਗੇ। ਇਹ ਹੈਵੀ ਕਰੰਟ ਅਬਾਊਟ 150 ਅੰਪੇਅਰ, ਇੱਕ ਬਹੁਤ ਹੈਵੀ ਕਰੰਟ 150 ਅੰਪੇਅਰ ਦੇ ਕਰੀਬ ਦਿੱਤਾ ਜਾਂਦਾ ਹੈ ਇਹਨੂੰ ਥਰੂ ਦੀ ਬਾਰ, ਐਂਡ ਦ ਵੋਲਟੇਜ ਅਕਰੋਸ ਦੀ ਸੈੱਲ ਟਰਮੀਨਲ ਇਜ਼ ਰੀਡ ਆਫ ਬਾਏ ਦੀ ਵੋਲਟ ਮੀਟਰ। ਸੋ ਜਦੋਂ ਕਰੰਟ ਦਿੱਤਾ ਜਾਂਦਾ ਹੈ ਤੇ ਜਿਹੜਾ ਸੈਂਟਰ ਦੇ ਵਿੱਚ ਵੋਲਟ ਮੀਟਰ ਲੱਗਾ ਹੋਇਆ ਟੈਸਟਰ ਤੇ, ਇਹ ਤੋਂ ਆਪਾਂ ਰੀਡਿੰਗ ਨੋਟ ਕਰਦੇ ਹਾਂ। ਇਹ ਸਾਊਂਡ ਸ਼ੈਲ ਗਿਵ ਏ ਸਟੱਡੀ ਰੀਡਿੰਗ ਆਫ ਅਬਾਊਟ 1.5 ਵੋਲਟ। ਸੋ ਜਿਹੜਾ ਇੱਕ ਸੈੱਲ ਆ, ਇੱਕ ਸੈੱਲ ਦਾ ਮਤਲਬ ਜਿਹੜਾ ਇੱਕ ਗਰੁੱਪ ਹੈਗਾ ਜਿਹਦੇ ਵਿੱਚ ਇੱਕ ਸੈੱਲ ਦੇ ਵਿੱਚ ਪਲੇਟਾਂ ਲੱਗੀਆਂ ਹੋਈਆਂ, ਇੱਕ ਗਰੁੱਪ ਦੇ ਵਿੱਚ ਜਿੱਥੇ ਪਲੇਟਾਂ ਹੋਈਆਂ, ਉਹ ਅਰਾਊਂਡ ਸਾਨੂੰ 1.5 ਵੋਲਟ ਦੀ ਰੀਡਿੰਗ ਪ੍ਰੋਵਾਈਡ ਕਰਾਉਂਦਾ ਆ ਸਟੱਡੀ, ਜਿਹੜਾ ਵਧੀਆ ਸੈੱਲ ਹੈਗਾ। ਤੇ ਜੇ ਇਹ ਰੀਡਿੰਗ ਡਿਕਰੀਜ਼ ਆ ਇਸ ਤੋਂ, ਯਾਨੀ ਕਿ ਜਿਹੜੇ ਤੁਹਾਡੀ ਬੈਟਰੀ ਦੀ ਪਲੇਟਸ ਆ, ਬੈਟਰੀ ਦੇ ਸੈੱਲ ਆ, ਉਹ ਵੀਕ ਹੋ ਗਏ ਵਾ। ਠੀਕ ਹੈ, ਜਿਸ ਤਰ੍ਹਾਂ ਲਾਈਫ ਵੱਧਦੀ ਰਹਿੰਦੀ ਹੈ ਸਾਈਕਲ ਦੀ, ਇਹ ਸੈੱਲ ਵੀਕ ਹੁੰਦੇ ਰਹਿੰਦੇ ਆ। The prods or legs are connected across each cell of the battery one by one and voltage is measured. So ਹਰੇਕ ਸੈੱਲ ਦੇ ਆਪਾਂ ਵੋਲਟੇਜ ਕੈਲਕੂਲੇਟ ਕਰਨੀ ਆ, ਰੀਡ ਕਰਨੀ ਆ। ਹਰੇਕ ਸੈੱਲ ਤੋਂ ਇੱਕ ਸੈੱਲ ਦੀ ਰੀਡਿੰਗ ਲੈ ਲਈ, ਉਸ ਤੋਂ ਬਾਅਦ ਨੈਕਸਟ ਸੈੱਲ ਦੀ ਰੀਡਿੰਗ ਲੈਣੀ ਆ। ਇਸ ਤਰ੍ਹਾਂ ਕਰ ਕਰਕੇ ਆਪਾਂ ਰੀਡਿੰਗਸ ਨੋਟ ਕਰੀ ਜਾਣੀਆਂ। ਸੋ ਜਿਹੜਾ ਦੋ ਸੈੱਲਾਂ ਦੇ ਵਿਚਲਾ ਡਿਫਰੈਂਸ ਹੈਗਾ, ਕੋਈ ਦੋ ਸੈੱਲ, ਜਿਸ ਤਰ੍ਹਾਂ ਇਹਦੇ ਵਿੱਚ 3 ਸੈੱਲ ਆ, ਇਸ ਬੈਟਰੀ ਦੇ ਵਿੱਚ 3 ਸੈੱਲ ਆ, 1 2 3। ਸੋ ਇਹਦੇ ਵਿੱਚ ਆਪਾਂ 3 ਵਾਰ ਰੀਡਿੰਗ ਲਵਾਂਗੇ, ਪਹਿਲਾਂ ਇਸ ਸੈੱਲ ਦੀ, ਦੂਜੇ ਸੈੱਲ ਦੀ, ਤੀਜੇ ਸੈੱਲ ਦੀ। ਸੋ ਜਦੋਂ ਆਪਾਂ 3 ਰੀਡਿੰਗਾਂ ਲੈ ਲਈਆਂ, ਜਿਹੜਾ ਉਹਨਾਂ ਦੇ ਵਿੱਚ ਡਿਫਰੈਂਸ ਆ ਉਹ 0.2 ਵੋਲਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਠੀਕ ਆ, ਡਿਫਰੈਂਸ ਸ਼ੁੱਡ ਨਾਟ ਇਨਕਰੀਜ਼ 0.2, ਦੋ ਸੈੱਲ ਦੇ ਵਿਚਲਾ ਡਿਫਰੈਂਸ। ਤੇ ਜਿਹੜਾ ਇੱਕ ਸੈੱਲ ਦਾ ਵੋਲਟੇਜ ਪੈਦਾ ਕਰਨ ਦੀ ਪਾਵਰ ਆ ਉਹ 1.5 ਵੋਲਟ ਹੋਣੀ ਚਾਹੀਦੀ ਹੈ। ਇਸ ਤੋਂ ਜੇ ਘੱਟ ਹੋਊਗੀ ਤੇ ਯਾਨੀ ਸੈੱਲ ਵੀਕ ਹੋ ਚੁੱਕੇ ਆ।
ਠੀਕ ਹੈ। ਸੋ ਇੱਕ ਜਿਹੜਾ ਗਰੁੱਪ ਹੈਗਾ, ਇੱਕ ਜਿਹੜਾ ਸੈੱਲ ਹੈਗਾ, ਉਹਦੀ ਜਿਹੜੀ ਵੋਲਟੇਜ ਪੈਦਾ ਕਰਨ ਦੀ ਪਾਵਰ ਆ, ਰੀਡਿੰਗ ਆ, ਉਹ 1.5 ਆਉਣੀ ਚਾਹੀਦੀ ਆ। ਠੀਕ ਹੈ, ਇਸ ਤੋਂ ਘੱਟ ਆ ਤਾਂ ਯਾਨੀ ਸੈੱਲ ਵੀਕ ਹੋ ਗਏ ਆ। ਤੇ ਜਿਹੜੇ ਦੋ ਸੈੱਲਾਂ ਦਾ ਡਿਫਰੈਂਸ ਆ, ਮੰਨ ਲਓ ਕਿ ਇੱਕ ਸੈੱਲ ਦੀ ਆ ਗਈ 1.5, ਠੀਕ ਹੈ, ਦੂਜੇ ਦੀ ਆ ਗਈ 1.1, ਸੋ ਡਿਫਰੈਂਸ ਹੋ ਗਿਆ 0.4 ਦਾ, ਯਾਨੀ ਕਿ ਸੈੱਲ ਵੀਕ ਹੋ ਚੁੱਕੇ ਆ ਦੂਸਰੇ ਗਰੁੱਪ ਦੇ। ਠੀਕ ਹੈ। ਸੋ ਇਹ ਸੀਗਾ ਤੁਹਾਡਾ ਹਾਈ ਡਿਸਚਾਰਜ ਟੈਸਟ, ਜਿਹਦੇ ਵਿੱਚ ਆਪਾਂ ਸੈਲਸ ਦੀ ਪਾਵਰ ਨੂੰ ਮੇਜਰ ਕਰਦੇ ਹਾਂ। ਸੋ ਇੱਕ ਕੌਸ਼ਨ ਆ ਇਹਦੇ ਵਿੱਚ, ਦਿਸ ਇਜ਼ ਏ ਸੀਵਰ ਟੈਸਟ ਦੈਨ should be conducted on more than half charge battery for stipulated duration, otherwise the battery plates will get damaged beyond recoverable state। ਸੋ ਇਹ ਟੈਸਟ ਜਿਹੜਾ ਹੈਗਾ ਆ, ਬਿਲਕੁਲ ਡਿਸਚਾਰਜ ਕੰਡੀਸ਼ਨ ਦੇ ਵਿੱਚ ਨਹੀਂ ਹੋਣਾ ਚਾਹੀਦਾ, ਬੈਟਰੀ ਹਾਫ ਚਾਰਜ ਘੱਟੋ ਘੱਟ ਹੋਣੀ ਚਾਹੀਦੀ ਆ, ਨਹੀਂ ਤਾਂ ਕਿਉਂਕਿ ਕਰੰਟ ਬਹੁਤ ਜ਼ਿਆਦਾ ਪ੍ਰੋਵਾਈਡ ਕੀਤਾ ਜਾਂਦਾ ਆ, ਸੋ ਉਹਦੇ ਕਰਕੇ ਜਿਹੜਾ ਆ ਫਿਰ ਬੈਟਰੀ ਦੀ ਜਿਹੜੀ ਪਲੇਟਸ ਆ ਉਹ ਖਰਾਬ ਹੋ ਸਕਦੀਆਂ। ਠੀਕ ਹੈ। ਸੋ ਇਹ ਸੀਗਾ ਅੱਜ ਦਾ ਲੈਕਚਰ, ਜਿਹਦੇ ਵਿੱਚ ਆਪਾਂ ਹਾਈਡਰੋਮੀਟਰ ਟੈਸਟ ਤੇ ਹਾਈ ਡਿਸਚਾਰਜ ਟੈਸਟ ਸਟੱਡੀ ਕੀਤਾ। ਨੈਕਸਟ ਲੈਕਚਰ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਕੈਡਮੀਅਮ ਟੈਸਟ ਤੇ ਇੱਕ ਹੋਰ ਟੈਸਟ ਹੈਗਾ ਆ, ਦੋ ਟੈਸਟ ਆਪਾਂ ਨੈਕਸਟ ਲੈਕਚਰ ਦੇ ਵਿੱਚ ਸਟੱਡੀ ਕਰਾਂਗੇ। ਸੋ ਇਹਦੇ ਨਾਲ ਸਾਡੀ ਜਿਹੜੀ ਬੈਟਰੀ ਦੇ ਟੈਸਟ ਹੈਗੇ ਆ ਉਹ ਖਤਮ ਹੋ ਜਾਣਗੇ। ਫਿਰ ਆਪਾਂ ਆਪਣਾ ਨੈਕਸਟ ਟੌਪਿਕ ਸਟਾਰਟ ਕਰਾਂਗੇ ਵਿਚ ਇਜ਼ ਐਲਕਲਾਈਨ ਬੈਟਰੀ। ਠੀਕ ਹੈ। ਸੋ ਕਿਸੇ ਵੀ ਸਟੂਡੈਂਟ ਦਾ ਕੋਈ ਡਾਊਟ ਹੋਇਆ, ਆਪਣੇ ਡਾਊਟਸ ਨੈਕਸਟ ਲੈਕਚਰ ਦੇ ਵਿੱਚ ਜ਼ੂਮ ਦੇ ਵਿੱਚ ਕਲੀਅਰ ਕਰ ਲਿਓ। ਥੈਂਕ ਯੂ।